ਤਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ। ਤੁਮ ਘਰ ਆਵਹੁ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਆਪਦਾ ਭਈ ਬਤੀਤ ਰਹਾਉ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਨਾਸਨ ਭਾਜਨ ਥਾਕੇ, ਘਰ ਮੰਗਲ ਵਾਜਹਿ ਨਿਤ ਵਾਜੇ। ਆਪਣੇ ਖਸਮ ਨਿਵਾਜੇ, ਆਸਥਿਰ ਰਹੋ ਡੋਲੋ ਮਤ ਕਬਹੂ। ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ। ਮੁਖ ਉਜਲ ਦਰਬਾਰ, ਜਿਨ ਕੈ ਜੀਤ ਨਹੀਂ ਫੇਰੇ। ਆਪੇ ਭਇਆ ਸਹਾਈ, ਆਚਰਜ ਕੀਆ ਕਰਨੇ ਹਾਰੈ। ਨਾਨਕ ਸੱਚ ਵਡਿਆਈ, ਜਿਨ ਕੇ ਜੀਤ ਨਹੀਂ ਫੇਰੇ। ਆਪੇ ਭਇਆ ਸਹਾਈ, ਆਚਰਜ ਕੀਆ ਕਰਨੇ ਹਾਰੈ। ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਏ ਭਾਈ ਵਿਗੁਚੀਐ, ਗਲ ਪਈ ਸੁਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆਸ। ਡੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਸ਼ਾਂਤੀ ਦੇ ਪੁੰਜ, ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਤਾ ਯੋਗ ਹੋ। ਗੁਰੂ ਸਾਹਿਬਾਂ ਦਾ ਬਖਸ਼ਿਆ ਮਨੁੱਖ ਜਾਤੀ ਸਰੀਰ ਪ੍ਰਾਪਤ ਹੈ। ਸਰੀਰ ਨੂੰ ਸਫਲੇ ਬਣਾਉਂਦੇ ਹੋਏ, ਕਦਮਾਂ ਨੇਤਰਾਂ ਅਤੇ ਕੰਨਾਂ ਨੂੰ ਸਫਲੇ ਬਣਾਉਂਦੇ ਹੋਏ, ਗੁਰੂ ਕੇ ਸੱਜੇ ਦਰਬਾਰ ਵਿੱਚ ਹਰ ਰੋਜ਼ ਦੀ ਤਰ੍ਹਾਂ ਪਹੁੰਚੇ ਹੋ। ਅੱਜ ਵਿਸ਼ੇਸ਼ ਤੌਰ 'ਤੇ ਹਾੜ੍ਹ ਦਾ ਮਹੀਨਾ ਆਰੰਭ ਹੋਇਆ ਹੈ। ਸੰਗਰਾਂਦ ਮਨਾਉਣ ਵਾਸਤੇ ਮਹੀਨਾ ਅਤੇ ਮਹੀਨੇ ਦਾ ਮਹਾਤਮ ਸੁਣਨ ਵਾਸਤੇ ਗੁਰੂ ਚਰਨਾਂ 'ਚ ਪਹੁੰਚੇ ਹੋ। ਸਤਿਗੁਰ ਕਿਰਪਾ ਕਰਨ ਅਤੇ ਗੁਰੂ ਕਾ ਸ਼ੁਭ ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਵੇ। ਆਉਂਦਾ ਰਹਿੰਦਾ ਸਮਾਂ ਜ਼ਿੰਦਗੀ ਜੀਵਨ ਦਾ ਅਤੇ ਸਵਾਦ ਸਾਡੇ ਸਫਲ ਹੋ ਸਕਣ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਦੀ ਲੋੜ ਕਿਉਂ ਪਈ? ਦੁਨੀਆ 'ਤੇ ਵਹਿਮ ਬੜੇ ਪ੍ਰਕਾਰ ਦੇ ਵਧੀ ਜਾਂਦੇ ਸਨ। ਦੁਨੀਆ 'ਤੇ ਭਰਮ ਬੜੇ ਵਧੀ ਜਾਂਦੇ ਸਨ। ਉਹਨਾਂ ਵਹਿਮਾਂ ਅਤੇ ਭਰਮਾਂ ਤੋਂ ਬਚਾਉਣ ਵਾਸਤੇ ਜਿਹੜੇ ਨਾਨਾ ਪ੍ਰਕਾਰ ਦੇ ਲੋਕ ਸੋ ਮੜੀਆਂ ਅਤੇ ਮੱਟਾਂ ਅਤੇ ਮਸਾਣਾਂ ਅਤੇ ਦੇਵਤਿਆਂ ਦੇ ਅਵਤਾਰਾਂ ਅਤੇ ਪੈਗੰਬਰਾਂ
ਤੱਕ ਹੀ ਸੀਮਿਤ ਸਨ। ਅਕਾਲ ਨਿਰੰਕਾਰ ਨੂੰ ਭੁੱਲੇ ਹੋਏ ਸਨ। ਉਹਨਾਂ ਨੂੰ ਦਰਸਾਉਣ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਧੰਨ ਗੁਰੂ ਨਾਨਕ ਰੂਪ ਹੋ ਕੇ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ। ਇਸ ਪ੍ਰਕਾਰ ਆਪਣੀ ਰਸਨਾ ਤੋਂ ਪਵਿੱਤਰ ਬਾਣੀ ਇੱਕ ਓੰਕਾਰ ਤੋਂ ਲੈ ਕੇ ਮੂਲ ਮੰਤਰ ਸੱਚਖੰਡ ਵਿੱਚੋਂ ਲਿਆ ਕੇ ਸਿੱਖ ਸੰਗਤਾਂ ਨੂੰ ਬਖਸ਼ ਕੀਤਾ। ਚਰਨ ਧੋਏ ਰਹਿਰਾਸ ਕਰ ਕਰਨਾਮਤ ਸਿੱਖਾਂ ਪੀ ਲਾਇਆ ਤੇ ਗੁਰਮੰਤਰ ਭਾਈ ਗੁਰਦਾਸ ਜੀ ਲਿਖ ਕੇ ਦੇ ਗਏ ਆ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਹਉਮੈ ਦੀਰਘ ਰੋਗ ਹੈ ਰੋਗ ਹੈ ਹਉਮੈ ਲਾ ਇਲਾਜ ਬਿਮਾਰੀ ਹੈ। ਇਹਨੂੰ ਦੂਰ ਕਰਨ ਵਾਸਤੇ ਕੇਵਲ ਗੁਰੂ ਵਾਹਿਗੁਰੂ ਮੰਤਰ ਹੀ ਹੈ ਮਹਾਰਾਜ ਸਾਹਿਬ ਦਾ ਜੋ ਬਖਸ਼ਿਆ ਹੈ। ਤੇ ਸਰਯੁਗ ਤੋਂ ਲੈ ਕੇ ਸਾਰੇ ਮੰਤਰਾਂ ਦਾ ਨਿਚੋੜ ਹੈ, ਸਾਂਝੀਵਾਲਤਾ ਦੇਣ ਵਾਲਾ ਹੈ। ਦਸੇ ਸਰੂਪ ਧਾਰੇ ਗੁਰੂ ਗੋਬਿੰਦ ਸਿੰਘ ਤਖਤ ਦੁਨੀਆਂ ਦੇ ਲੋਕ ਕੋਈ ਵਾਰਾਂ ਅਨੁਸਾਰ ਜੁੜਿਆ ਹੋਇਆ ਤਾਂ ਮਹਾਰਾਜ ਸਾਹਿਬ ਨੇ ਬਾਣੀ ਉਚਾਰਤੀ 7 ਵਾਰਾਂ ਅਨੁਸਾਰ। ਕੋਈ ਥਿੱਤਾਂ ਵਿੱਚ ਜੁੜਿਆ ਹੋਇਆ ਕਿਹੜੀ ਚੰਗੀ ਥਿੱਤ ਤੇ ਕਿਹੜੀ ਮਾਰ, ਥਿੱਤੀ ਵਾਰ ਬਾਣੀ ਉਚਾਰ ਦਿੱਤੀ। ਜਿਹੜੇ ਪਿੱਠ ਦੇ ਲਾਉਂਦੇ ਸਨ ਇਸ ਤਰ੍ਹਾਂ ਨਾ ਕਰੋ, ਲਾਣੀਆਂ ਨਾਮੇ ਬਾਣੀ ਉਚਾਰ ਦਿੱਤੀ। ਆਖਰੀ ਸਿੱਖਿਆ ਲੈਣੀ ਹੈ ਸਦਨਾਮੇ ਬਾਣੀ ਉਚਾਰ ਦਿੱਤੀ। ਤੇ ਜਿਹੜੇ ਸੰਗਰਾਂਦ ਮਨਾਉਂਦੇ ਸਨ, ਜਦੋਂ ਦਾ ਸੂਰਜ ਬਣਿਆ ਉਦੋਂ ਸੰਗਰਾਂਦਾਂ ਬਣੀਆਂ, ਜਦੋਂ ਦਾ ਚੰਦਰਮਾ ਬਣਿਆ ਉਦੋਂ ਦੀਆਂ ਮੱਸਿਆ ਤੇ ਪੁੰਨਿਆਂ ਬਣੀਆਂ। ਇਹਨਾਂ ਦੇ ਨਾਮ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹੋਏ ਨੇ। ਅਮਾਵਸਿਆ ਚੰਦ ਗੁਪਤ ਗਹਿਣਾਰ, ਗਹਿਣਾਰ ਆਕਾਸ਼ ਚੰਦਰਮਾ ਦਿਸਦਾ ਨਹੀਂ। ਹਨੇਰੀ ਰਾਤ ਨੂੰ ਮੱਸਿਆ ਦੀ ਰਾਤ ਕਹਿੰਦੇ ਹੈ। ਅਗਲੇ ਦਿਨ ਫਿਰ ਸੁਦੀ ਪੱਖ ਆਰੰਭ ਹੋ ਜਾਂਦਾ ਹੈ। ਪੁੰਨਿਓਂ ਪੂਰਾ ਚੰਦ ਆਕਾਸ਼ ਤੇ ਫਿਰ ਵਧੀ ਪੱਖ ਸ਼ੁਰੂ ਹੋ ਜਾਂਦਾ ਹੈ। ਸੁਦੀ ਤੇ ਵਧੀ ਅਨੁਸਾਰ ਜੇਠ ਹਾੜ ਮਹੀਨਿਆਂ ਅਨੁਸਾਰ ਪਿਛਲੇ ਸਮੇਂ ਦਾ ਜਿਹੜਾ ਰਿਵਾਜ ਸੀ, ਕਿਹੜਾ ਕੰਮ ਕਦੋਂ ਕਰਨਾ ਹੈ, ਇਸ ਪ੍ਰਕਾਰ ਇਹ ਵਿਚਾਰਾਂ ਚੱਲਦੀਆਂ ਸੀ। ਬਦਲਦੀਆਂ ਭਾਵੇਂ ਅੰਗਰੇਜ਼ੀ ਮਹੀਨਿਆਂ ਨੂੰ ਬਹੁਤੀ ਪਹਿਲ ਦਿੰਦੇ ਆ, ਕਿਸੇ ਤਰ੍ਹਾਂ ਵੀ ਕੋਈ ਮਹੀਨਾ ਕਿਉਂ ਨਾ ਹੋਵੇ, ਰੱਬ ਨੂੰ ਯਾਦ ਕੀਤੇ ਤੋਂ ਬਿਨਾਂ, ਪਰਮੇਸ਼ਰ ਨੂੰ ਆਰਾਧਨ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਣੀ, ਸੰਤੋਖ ਨਹੀਂ ਮਿਲਣਾ ਤੇ ਟਿਕਾ ਨਹੀਂ ਪੈਣਾ। ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਜਾਂ ਭਗਤਮਾਲਾ ਆਦਿਕ ਅਨੁਸਾਰ ਇਹ ਜੋ ਮਹੀਨਾ ਹਾੜ ਦਾ ਹੈ, ਮਹਾਰਾਜ ਸਾਹਿਬ ਨੇ ਆਸਾੜ ਲਿਖਿਆ ਹੈ, ਅਸੀਂ ਹਾੜ ਕਹਿੰਦੇ ਹਾਂ। ਇਸ ਮਹੀਨੇ ਦੀ 13 ਤਰੀਕ ਜਿਸ ਦਿਨ ਆਉਣੀ ਹੈ 13 ਹਾੜ। ਇਹ ਹਿੰਦੂ ਮਤ ਦੇ ਗ੍ਰੰਥ ਆਦਿ ਕਹਿੰਦੇ ਸਾਡਾ ਤੇ ਸਾਲ ਹੈ ਤੇ ਦੇਵਤਿਆਂ ਦਾ ਇੱਕ ਦਿਨ ਰਾਤ ਹੈ। ਉਹ ਦਿਨ ਰਾਤ ਪੈ ਜਾਣੀ ਹੈ। ਇਹ 12 ਸੂਰਜ ਨੇ, ਭਾਵੇਂ ਬਹੁਤੇ ਸੂਰਜ ਵੀ ਲਿਖਿਆ, ਕਿਤੇ ਇੰਦ ਚੰਦ ਸੂਰ, ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧਨਾਥ, ਕਿਤੇ ਦੇਵੀ ਵਾਸ। ਕਿੰਨੀ ਕੋ ਗਿਣਤੀ ਕੋ ਕਰ ਲਓ। ਉਸ ਪਰਮੇਸ਼ਰ ਕਰਤੇ ਪੁਰਖ ਦਾ ਅੰਤ ਨਹੀਂ, ਜਿਸ ਦੇ ਰੋਮ ਰੋਮ ਮੈਂ ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਇਓ ਹੈ। 13 ਹਾੜ ਨੂੰ ਸਵਰਗ ਦੇ ਦਰਵਾਜ਼ੇ ਬੰਦ ਹੋ ਜਾਣੇ ਆ, ਕਹਿੰਦੇ ਰਾਤ ਪੈ ਜਾਣੀ ਹੈ। ਪਰ ਨਹੀਂ, ਉੱਥੇ ਦੇਖੋ ਇੱਥੇ ਸਭ ਰਾਤ। ਇਹ ਰਾਤਾਂ ਦੇ ਦਿਨਾਂ ਦਾ ਝਗੜਾ ਇੱਥੇ ਅਸੀਂ ਪਾਇਆ ਹੋਇਆ, ਪਰਮੇਸ਼ਰ ਦੇ ਘਰ ਵਿੱਚ ਨਹੀਂ। ਇਹ ਸੂਰਜ ਦਾ ਰਾਤ ਦਖਨਾਇਣ ਹੋ ਜਾਣਾ ਹੈ ਤੇ ਰਾਤ ਪੈ ਜਾਣੀ ਹੈ, ਦਰਵਾਜ਼ੇ ਬੰਦ ਹੋ ਜਾਣੇ ਸਵਰਗਾਂ ਦੇ। ਇਸ ਪ੍ਰਕਾਰ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ, ਭਗਤਮਾਲਾ ਅਨੁਸਾਰ ਦਾਸ ਬੇਨਤੀ ਕਰਦਾ ਹੈ। ਫਿਰ ਜੀ ਖੁੱਲ੍ਹਣੇ ਕਦੋਂ ਹੈ? ਕਹਿੰਦੇ ਜਦੋਂ 9 ਪੋਹ ਆਵੇਗਾ ਫਿਰ ਸੂਰਜ ਇਸ ਪ੍ਰਕਾਰ ਉਤਰਾਇਣ ਹੋ ਜਾਊ, ਦਖਨਾਇਣ ਤੋਂ ਉਤਰਾਇਣ, ਤੇ ਫਿਰ ਇਹ ਦਰਵਾਜ਼ੇ ਖੁੱਲ੍ਹ ਜਾਣਗੇ। ਬੜਾ ਵਹਿਮ ਕਰਦਾ ਕਿ ਸਰੀਰ ਛੱਡਣਾ ਤੇ ਦਰਵਾਜ਼ੇ ਬੰਦ ਨੇ। ਨਹੀਂ, ਪੂਰਨ ਪੁੱਗੀਆਂ ਆਤਮਾ ਮਹਾਤਮਾ ਵਾਸਤੇ ਕੋਈ ਬੰਧਨ ਨਹੀਂ, ਕੋਈ ਬੰਦ ਨਹੀਂ। ਦੁਨੀਆ ਦੇ ਲੋਕਾਂ ਵਾਸਤੇ ਹੋ ਸਕਦਾ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਸਤਿਗੁਰ ਬੰਧਨ ਤੋੜ ਨਰਾੜੇ ਬਹੁਨ ਗਰਭ ਮਝਾਰੀ ਜੀਓ। ਜੇ ਗੁਰੂ ਦੇ ਬਣੇ ਨਹੀਂ, ਗੁਰੂ ਚਰਨੀ ਲੱਗੇ ਨਹੀਂ, ਫਿਰ ਤੇ ਬੰਧਨ ਪਏ ਰਹਿਣੇ। ਮੇਰੀ ਧਾਰੀ ओहा पैर लोहारी। गुरु नानक पातशाह किन्नियां दे बंधन तोड़े। 6वें स्वरूप ने बंधन तोड़े, 10वें स्वरूप ने बंधन तोड़े, होर महात्मा ने बंधन तोड़े, कृष्ण भगवान ने भी बंधन तोड़े, भगवान रामचंद्र जी ने भी बंधन तोड़े। इन्हां पंक्तियां अनुसार कई कुछ पिछे होर भी लिखिया होया है। इस प्रकार सतगुरु कृपा कारण सानू इन्हां वहमां च पैण दी लोड़ नहीं, ते बंधन तोड़न वाला परमेश्वर का नाम है। सो इस प्रकार उन्होंने बंधन बंद पैंदा ही कोई नहीं। कोड़ बिघन ते सलाग ते जिसनों विसरे नाऊं,
ਨਾਨਕ ਆਨੰਦਨ ਬਿਲਪਤੇ ਜਿਉ ਸੁਈਏ ਕਰ ਕਾਉ, ਕੋਟ ਵਿਘਨ ਤਿਸ ਲਾਗਦੇ। ਉਸ ਨੂੰ ਲੱਗਦੇ ਆ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਭੁੱਲਿਆ ਹੋਇਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਤੇ ਪਰਮੇਸ਼ਰ ਦੇ ਪਿਆਰਿਆਂ ਲਈ ਮਹਾ ਦਿਵਸ ਮੂਰਤ ਭਰੇ। ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ, ਕਿਰਪਾ ਕਰੋ ਹਰੇ। ਬਾਣੀ ਦੀ ਗਵਾਹੀ ਹੈ, ਬਾਣੀ ਦੀਆਂ ਪੰਕਤੀਆਂ ਗ੍ਰੰਥ ਅਨੁਸਾਰ ਬੇਨਤੀ ਕੀਤੀ ਹੈ। ਆਸਾੜ ਤਪੰਦਾ ਤਪਦਾ ਗਰਮੀ ਵਾਲੀ ਰੁੱਤ ਜੋ ਜੇਠ ਤੋਂ ਆਰੰਭ ਹੋਈ ਸੀ, ਗ੍ਰੀਖਮ ਰੁੱਤ। 12 ਮਹੀਨੇ ਨੇ ਤੇ 6 ਰੁੱਤਾਂ ਨੇ। ਗ੍ਰੀਖਮ ਰੁੱਤ ਅਤ ਗਾਖੜੀ ਜੇਠ ਹਾੜੇ ਘਾਮ ਜੀਓ। ਘਾਮ ਨਾਮ ਗਰਮੀ ਦਾ ਹੈ। ਇਹ 2 ਮਹੀਨੇ ਗਰਮੀ ਰੁੱਤ ਦੇ ਨੇ ਤੇ ਫਿਰ ਬਰਸਾਤ ਵਾਲੀ ਰੁੱਤ ਆਰੰਭ ਹੋ ਜਾਣੀ ਹੈ। ਚੇਤ ਵਿਸਾਖ ਬਸੰਤ ਰੁੱਤ ਲੰਘ ਚੁੱਕੀ ਹੈ। ਇਤ ਆਦਿਕ ਜੋ ਮਹਾਰਾਜ ਸਵਰੁੱਤੀ ਸ਼ਲੋਕ ਬਾਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਲਿਖੀ ਹੈ, ਉਹਨਾਂ ਅਨੁਸਾਰ ਬੇਨਤੀ ਹੈ ਜੋ ਆਪ ਜੀ ਦੇ ਚਰਨਾਂ 'ਚ ਲਿਖੀ ਹੈ। ਬੜੀ ਗਰਮੀ, ਇੱਕ ਬਾਹਰ ਦੀ ਗਰਮੀ, ਇੱਕ ਅੰਦਰ ਦੀ ਗਰਮੀ ਹੈ। ਬਾਹਰ ਦੀ ਗਰਮੀ ਦੂਰ ਕਰਨ ਲਈ ਕੋਈ ਸ਼ਿਮਲੇ ਨੂੰ ਚਲੇ ਜਾਂਦਾ, ਕੋਈ ਪਹਾੜਾਂ ਬਰਫ਼ ਹੱਥ ਚਲੇ ਜਾਂਦਾ, ਕਿਸੇ ਨੇ AC ਲਵਾ ਲਏ, ਕਿਸੇ ਨੇ ਹੋਰ ਯਤਨ ਕਰ ਲਏ। ਪਰ ਇਹ ਬਾਹਰ ਦੀ ਗਰਮੀ ਤਾਂ ਮਿਟੀ ਜਾਊ, ਪਰ ਅੰਦਰ ਦੀ ਨਹੀਂ ਮਿਟਣੀ। ਉਹ ਪਰਮੇਸ਼ਰ ਦਾ ਨਾਮ ਹੈ, ਉਸ ਤੋਂ ਬਿਨਾਂ ਨਹੀਂ ਮਿਟਣੀ। ਚੰਦਨ ਚਾਨਣ ਨਾ ਸਰਦ ਰੁੱਤ, ਮੂਲ ਨ ਮਿਟੇ ਕਾਮ, ਸੀਤਲ ਸੀਵੇ ਨਾਨਕਾ ਜਪੰਦੜੋ ਹਰ ਨਾਮ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲਗ। ਇਹ 4 ਅੱਗ ਦੀਆਂ ਨਦੀਆਂ ਨੇ। ਜੀਵ ਸੜ ਬਲ ਰਹੇ ਨੇ, ਦੁੱਖਾਂ ਨੂੰ ਸਹਾਰ ਰਹੇ ਨੇ, ਆਪ ਦੁਖੀ ਨੇ, ਦੂਜਿਆਂ ਨੂੰ ਦੁੱਖ ਦਿੰਦੇ ਨੇ। ਜਿਹੜੇ ਆਪ ਡੁੱਬੇ ਦੂਜਿਆਂ ਨੂੰ ਨਹੀਂ ਤਾਰ ਸਕਦੇ। ਇਸ ਪ੍ਰਕਾਰ ਇਹ ਨਾ ਹੋਵੇ ਕਿ ਸਿਫਤ ਸਲਾਹਣ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਦੇਵੀਆਂ ਦੇਵਤਿਆਂ ਤੱਕ ਅਤੇ ਪੀਰ ਪੈਗੰਬਰਾਂ ਤੱਕ ਹੀ ਰਹਿ ਜਾਈਏ, ਸੀਮਿਤ ਰਹਿ ਜਾਈਏ। ਨਹੀਂ, ਸਾਰੀ ਸ੍ਰਿਸ਼ਟੀ ਦਾ ਮਾਲਕ ਬਾਪੂ ਉਸ ਅਗੰਮੀ ਸ਼ਕਤੀ ਇੱਕ ਅਕਾਲ ਪੁਰਖ ਹੈ ਤੇ ਉਸ ਦਾ ਨਾਮ। ਬੰਦਿਆਂ ਦੇ ਮਹਾਤਮਾ ਦੇ ਅਵਤਾਰਾਂ 'ਚ ਨਾਂ ਲੈਣੇ ਮਾੜੀ ਗੱਲ ਨਹੀਂ। ਇਸ ਪ੍ਰਕਾਰ ਇਸ ਤਪ ਤੋਂ ਬਚਣ ਵਾਸਤੇ ਸੀਤਲ ਠੰਡ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਨਹੀਂ ਤੇ ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਆਤਸ ਅਗਨੀ ਸੀ ਤੇ ਫੁਰਨੇ ਨੂੰ ਰੋਕਣਾ ਪੈ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਵਿਸ਼ਿਆਂ ਦੇ ਦੇਸ਼ ਗਏ ਨੇ ਤੇ ਆਕਾਸ਼ 'ਚੋਂ ਚੋਲਾ ਉਤਰਿਆ। ਫਿਰ ਐਡਾ ਸੁੰਦਰ ਚਮਕੀਲਾ ਉਸ ਦਾ ਰੰਗ ਜੋ ਇਸ ਦੁਨੀਆ ਦਾ ਨਹੀਂ। ਜਿਹੜਾ ਵੇਖਦਾ ਵੇਖੀ ਜਾਂਦਾ, ਮੋਹਿਆ ਜਾਂਦਾ ਹੈ। ਰਾਜੇ ਨੂੰ ਪਤਾ ਲੱਗਾ, ਕਹਿੰਦੇ ਜਾਓ ਚੋਲਾ ਲਾ ਕੇ ਲਿਆਓ। ਮਹਾਰਾਜ ਸਾਹਿਬ ਨੇ ਬਾਹਾਂ ਖੜੀਆਂ ਕਰਤੀਆਂ, ਲਾਓ ਭਈ ਲਾ ਲਓ। ਨਹੀਂ ਲੱਥਾ, ਜ਼ੋਰ ਲਾ ਕੇ ਮੁੜ ਗਏ। ਦੱਸਿਆ ਆਪਣੇ ਰਾਜੇ ਨੂੰ, ਜਦੋਂ ਲਹਿਣਾ ਜੀ ਨੂੰ ਅੰਗਤ ਤੋਂ ਲਹਿਣੇ ਤੋਂ ਅੰਗਤ ਬਣਾਇਆ, ਉਦੋਂ ਲਹਿਣਾ ਜੀ ਤੇ ਬੁੱਢਾ ਜੀ ਇਸ ਪ੍ਰਕਾਰ ਸਾਰੇ ਚੱਲ ਕੇ ਆਏ ਸੀ। ਨਾਲ 5 ਸਿੱਖ ਸੀ। ਇਸ਼ਾਰਾ ਹੋ ਗਿਆ ਕਿ ਬਹੁਤਾ ਸਮਾਂ ਨਾ ਲੱਗ ਜਾਵੇ। ਉਸ ਮੌਕਾ ਜਿੱਤਾ ਰੰਧਾਵਾ ਨਾਲ ਸੀ। ਬਸਤਰ ਵਿਛਾਇਆ ਸਰੋਵਰ 'ਤੇ, ਉੱਪਰ ਬਹਿ ਗਈ ਚੌਂਕੜੀ ਮਾਰ ਕੇ, ਤੇ ਮਰੇ ਹੋਏ ਜਾਨਵਰ ਫੜ ਕੇ ਹੱਥਾਂ 'ਚ ਉਡਾਈ ਜਾਂਦਾ ਹੈ। ਤੇ ਮਹਾਰਾਜ ਸਾਹਿਬ ਪੁੱਛੇ ਕੌਣ ਸ਼ਕਤੀ ਵਿਖਾਉਂਦਾ? ਜੀ ਤੁਹਾਡਾ ਹੀ ਸਿੱਖ ਹੈ। ਸਿੱਧ ਕਹਿੰਦੇ ਸਾਡੇ ਕੋਲ ਤਾਂ ਕੁਛ ਵੀ ਨਹੀਂ। ਉਸ ਬੱਚੇ ਨੂੰ ਕਹਿੰਦੇ ਕੁਝ ਮੰਗ। ਕਹਿੰਦਾ ਜੀ ਤੁਸੀਂ ਤਾਂ ਸਮੁੰਦਰ ਹੋ, ਸ਼ਕਤੀਆਂ ਦੇ ਮਾਲਕ ਹੋ, ਭੰਡਾਰੇ ਤੁਹਾਡੇ ਭਰੇ ਨੇ। ਇਹ ਸਿੱਧ ਲੋਕ ਜਿਹੜੇ ਸ਼ਕਤੀਆਂ ਵਿਖਾਉਣ ਵਾਲੇ, ਗੁਪਤ ਪ੍ਰਗਟ ਹੋਣ ਵਾਲੇ, ਉੱਡਣ ਵਾਲੇ ਸੀ, ਤੇ ਤੁਹਾਡਾ ਸਿੱਖ ਮਰੇ ਜਾਨਵਰਾਂ ਨੂੰ ਜਿਉਂਦਾ ਕਰਨ ਵਾਲਾ, ਇਹਨਾਂ ਦੀਆਂ ਸ਼ਕਤੀਆਂ ਵਾਪਸ ਦੇ ਦਿਓ। ਪਰਉਪਕਾਰ ਉਸ ਬੱਚੇ ਪਰ ਬਗਾੜੀ ਕੀਤੀ ਸੀ। ਅੱਗ 'ਚ ਪੈ ਕੇ ਤੇ ਅੱਗ ਨੇ ਨਹੀਂ ਸਾੜਿਆ। ਬੇਅੰਤ ਪ੍ਰਮਾਣ ਨੇ ਇਸ ਸੰਬੰਧ ਵਿੱਚ ਮੈਂ ਬਹੁਤੇ ਨਾ ਦੇਵਾਂ। ਇਹ ਸਾੜ ਆਹਾੜ ਦਾ ਮਹੀਨਾ, ਇਹਦੇ ਵਿੱਚ ਸ਼ਾਂਤੀ ਮਨ ਨੂੰ, ਸਰੀਰ ਨੂੰ, ਆਤਮਾ ਨੂੰ ਮਿਲੂਗੀ ਤੇ ਦੂਜਿਆਂ ਨੂੰ ਵੀ ਦੇਵੋਗੇ। ਇਹ ਤਪਦਾ ਨਹੀਂ ਲੱਗੂ ਕਿਹਨਾਂ ਨੂੰ? ਜਿਨ੍ਹਾਂ ਕੋਲ ਹਰੀ ਦਾ ਨਾ ਹੋ ਨਾਮ ਪਤੀ। ਪਤੀ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ, ਹਰੀ ਦਾ ਨਾਮ ਵਾਹਿਗੁਰੂ ਮੰਤਰ। ਕਿਉਂਕਿ ਹਰ ਸ਼ਬਦ ਵਾਹਿਗੁਰੂ ਮੰਤਰ ਦਾ ਹੈ। ਪਹਿਲਾ ਵਵਾ ਹੈ ਵਾਸਦੇਵ ਮੰਤਰ ਦਾ, ਫਿਰ ਹਾਹਾ ਹੈ ਹਰ ਮੰਤਰ ਦਾ, ਫਿਰ ਗੱਗਾ ਹੈ ਗੋਬਿੰਦ ਮੰਤਰ ਦਾ, ਤੇ ਫਿਰ ਰਾਰਾ ਹੈ ਰਾਮ ਮੰਤਰ ਦਾ। ਇਹਨਾਂ 4 ਮੰਤਰਾਂ ਤੋਂ ਵਾਹਿਗੁਰੂ ਮੰਤਰ ਮਹਾਰਾਜ ਸਾਹਿਬ ਨੇ ਬਣਾਇਆ ਹੈ। ਨਾਹੂ ਮਾਲਕ ਹਰਿਆ ਭਰਿਆ ਕਰਨ ਵਾਲਾ, ਹਾਰ ਦੇਣ ਵਾਲਾ, ਜਿਨ੍ਹਾਂ ਦੇ ਪਾਸ ਨਹੀਂ, ਜਿਨ੍ਹਾਂ ਦੀ ਰਸਨਾ 'ਤੇ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ।
तिन सुंजी देह फिरहे बिन नामै, जा खप खप मोए करांजा। जग जीवन पुरख त्याग कै, मानस संधि आस। सारे जगत नूं सारियां मतां दे लोक, मनुख जाति शरीर भी, पशु पंछी भी, पर रुखां दरख्तां तक, 42 ਲੱਖ पानी च रहण वालियां तक, जगत नूं जीवन दान देण वाला, चेतन सत्ता देण वाला, ਜਿਹਦੀ ਸਤਾ ਅਨੁਸਾਰ ਅਸੀਂ ਸਾਰੇ ਬੋਲਦੇ ਹਾਂ, ਚੱਲਦੇ ਹਾਂ, ਵੇਖਦੇ ਹਾਂ, ਸੁਣਦੇ ਹਾਂ। ਜਿਸ ਵਿਸੋਂ ਸਤਾ ਖਿੱਚ ਲੈਂਦਾ ਹੈ, ਜਬ ਆਪਣੀ ਜੋਤ ਖਿੱਚੇ ਤੂੰ ਸੁਆਮੀ, ਤਾਂ ਕੋਈ ਕਰੋ ਦਿਖਾ ਬਖਿਆਨਾ। ਉਹ ਢਹਿ ਢੇਰੀ ਹੋ ਜਾਂਦਾ, ਜਿਵੇਂ ਮਾਲਾ ਦੇ ਮਣਕਿਆਂ 'ਚ ਸੂਤ ਖਿੱਚ ਲਈਏ ਤੇ ਢੇਰੀ ਲੱਗ ਜਾਂਦੀ ਹੈ ਮਣਕਿਆਂ ਦੀ। ਇਹ ਹਾਲਾਤ ਹੋ ਜਾਂਦੀ ਹੈ। ਜਗ ਜੀਵਨ ਕੋਈ ਬੰਦਾ ਹੈ, ਕੋਈ ਦੇਵਤਾ ਹੈ ਨਹੀਂ। ਪੁਰਖ ਮਰਦ जग में पुरख एक है, होर सगली नार सुभाई। कहो कबीर हम ब्याहे चले हैं, पुरख एक भगवाना। तू पापा तो रख रखिया करन वाला कोई होर नहीं। ते पुर पुरियां ते खो आकाश, सारे शरीरां विच उस परमेश्वर नूं, जगत जीवन नूं, पुरख नूं, हरि नूं, नाम पति नूं त्याग के, छड्ड के, भुल के, जग जीवन पुरख त्याग के, छड्ड के, मानस संधि आस। तो मन च आसा बंदियां दी, देवी देवतियां दी, भूतां प्रेतां दी, दादू दुनिया बाबरी, पूजे मड़ियां ऊत। जो आपन औंतर गए तिन सो मांगत पूत। इहो ਜਿਹੇ हालात भुलेखे दूर कर ਲਈ ते वहम दूर कर ਲਈ। गुरु चरनां 'ਚ ਆਪਾਂ आए हाँ। ਤੇ ਹਜ਼ੂਰ ਕਹਿੰਦੇ ਜੇ ਮਾਲਕ ਨੂੰ, ਪਰਮੇਸ਼ਰ ਨੂੰ ਛੱਡ ਕੇ ਦੂਏ ਭਾਏ ਵਿਗੁਚੀ ਹੈ। गल पई सजम की फास, दूए द्वैत भाव, दूजा तीजा चौथा नहीं। गुरु चरनां 'ਚ बेनती करो, जे तुठा कृपा निधान, ना दूजा बेखान। इह पाई नूं दातड़ी ने हिरदे रखा संभाल। जो भाई इसनूं जो मारे सोई पूरा, जिस मारे सोई सूरा। दुबदा लंबा चौड़ा शब्द है। द्वैत भाव ईरखा छड़ दिओ, सबना जियां का एक दाता। सो मैं विसर ना जाई, उस तो बिना तुझ बिन दूजा ना ही कोय। तू करतार करहे सो होए। जे ना द्वैत भाव ईरखा छड्डी, फिर विगुचीए खराब होना पऊ। विगुचीए का अर्थ है खराब होना पऊ तुहानूं। ऐस लोक भी ते परलोक विच भी गल पई सो गल च पै जू की, जम की फास। भाई जे तो गुरु नानक पातशाह ਦਾ बचन नहीं मनना, गुरु अर्जन साहब का बचन नहीं मनना, गुरु गोबिंद सिंह का बचन नहीं मनना, फिर छटाऊगा ਤੁਹਾਨੂੰ कौन? गलों च जम की फाही जरूर पवेगी। जम बड़ा बेपरवाह है, वो किसी का लिहाज नहीं करता। हजूर सच्चे पातशाह अज के महीने सब सिक्ख्या देंदे है। जेहा बीजे सो लुणै, कर्मा संदड़ा मत्थे जो लिखिया आस। जेहा बीजे सो लुणे, लुणे नाम है कट्टण का। जिहो जिहा बीज बीजेगा उहो जिहा फिर कटेगा। ते भगत जी लिखते हैं, लोड़े दाख बजौरियां, किकर बीजे जट, हंडे उन कताई दा, पैदा लोड़े पट पैंदा, पहनना चाहुंदा पट रेशम। ते कत्तण लई दित्ती सी उन, खरवी कंबली तो मिल सकती है। बीज तू बीज लए ने किकरां दे, ते फलियां वाली भाव रुख उग सकदा, ते 16 कंडे उन्हें लग सकते, वो वरत लई। ते बाजार बजौर देश दियां मिठियां दाखां अंगूर नहीं तैनूं मिलने। इस प्रकार जिहा बीज बीजेगा, तेरे कर्मानुसार तैनूं उही प्राप्त होना। फिर भला बीज लो, परोपकारी बीज लो, बुरा बीज लो, चंगा बीज लो। ये तुहाडी अपनी मर्जी है। इशारा हजूर सच्चे पातशाह कर गए ने, लिख के सानूं दे गए। जेहा बीजे सो लुणे, मत्थे जो लिखियास। वो कर्मां दा भाव जिहड़ा भोग तेरे मत्थे ते लिखिया होया है। माथे जो तुर लिखिया सो मेड़ ना सके कोय। लिखन मिट्टी है सखी, जो लिखिया करतार। जैसी कलबुड़ी है मस्तक, तैसी जीड़े पास। ये 3-4 प्रमाण तुहानूं क्यों दिते ने? साडे सारियां दे मत्थे ते लिखिया। साहब सच्चे पातशाह गुरबाणी तां दिते प्रमाण। वो लिखिया लेख मेटना नहीं। हाँ सूली की सूल बन सकती गुरु साहिबां नूं। सो सीस नवाइए गिर परे, बहु पापन की पोट। ताते सीस नवाइए लगे ना जम की चोट। फर्क जरूर पै जाता है। सुपने च भुगता दिंदा, मगर साखियां ने, मगर प्रमाण ने। इस प्रकार
ਇਹ ਮੱਥੇ ਜੋ ਲਿਖਿਆ ਹੈ ਉਹ ਭੋਗਣਾ ਪੈਣਾ, ਬੀਜਿਆ ਵੱਢਣਾ ਪੈਣਾ, ਕੀਤਾ ਪਾਉਣਾ ਪੈਣਾ। ਮਤ ਕੋਈ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇ ਹੋਏ ਸੀ। ਮਤ ਕੋਈ ਜਾਣੇ ਅੱਗੇ ਪੈ ਜਾਣਗੇ, ਜਾਂ ਮੇਰੀ ਫਰਮਾਇਸ਼ ਚੱਲ ਜਾਓ, ਜਾਂ ਮੇਰੇ ਪਾਸੋਂ ਕੋਈ ਡਰ ਜਾਊ, ਜਾਂ ਮੈਂ ਕਿਸੇ ਨੂੰ ਵੱਢੀ ਦੇ ਲਊਂ। ਨਹੀਂ ਨਹੀਂ, ਉਹ ਕੀਤਾ ਪਾਉਣਾ ਹੀ ਪੈਣਾ। ਪਰਮੇਸ਼ਰ ਨਿਰੰਕਾਰ, ਉਹਦੇ ਦੂਤ ਧਰਮਰਾਜ ਦੇ ਬੜੇ ਬੇਪਰਵਾਹ ਨੇ, ਉਹ ਨਹੀਂ ਕਿਸੇ ਦਾ ਲਿਹਾਜ਼ ਕਰਦੇ। ਰਾਣਾ ਰਾਓ ਨਾ ਕੋ ਰਹੇ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨ ਬੰਦੇ ਤੀ ਰੈਣ ਵਿਹਾਣੀ। ਪਾਛੋਤਾਣੀ ਉੜ ਚੱਲੀ ਗਈ ਨਿਰਾਸ, ਰੈਣ ਨਾਮ ਹੈ ਰਾਤ ਦਾ। ਇੱਥੇ ਰਾਤ ਰੋਜ਼ ਪੈਂਦੀ ਹੈ, ਦਿਨ ਵੀ ਰੋਜ਼ ਪੈ ਚੜ ਜਾਂਦਾ ਹੈ। ਇਸ ਪ੍ਰਕਾਰ ਦੀ ਦੂਜੀ ਰਹਿਣ ਰਾਤ ਹੈ ਅਵਸਥਾ ਰੂਪੀ, ਤੇ ਕਾਲ ਰੂਪੀ ਦਿਨ ਚੜ੍ਹਨਾ ਹੈ। ਜਿਵੇਂ ਬਿਰਖੇ ਹੇਠ ਸਭ ਜੰਤੇ ਇਕੱਠੇ, ਇੱਕ ਤੱਤੇ ਇੱਕ ਬੋਲਣ। ਰਾਤ ਪੈ ਗਈ ਅਦੌਤ, ਉਦੇ ਹੋ ਗਿਆ ਸੂਰਜ, ਚੜ੍ਹ ਪਿਆ ਦਿਨ। ਤੇ ਜਾਨਵਰ ਇਕੱਠੇ ਹੋ ਕੇ ਰਾਤ ਕੱਟਣ ਲਈ ਰੁੱਖ 'ਤੇ ਬੈਠੇ ਸੀ, ਸਵੇਰੇ ਉੱਡ ਕੇ ਚਲੇ ਗਏ ਆਪੋ ਆਪਣੀ ਚੋਗ ਚੁਗਣ ਵਾਸਤੇ। ਤੇ ਜੀਵ ਤਿੰਨ ਵੀ ਜਾਣਾ ਪੈਣਾ ਹੈ। ਬਹੁਤਿਆਂ ਨੇ 84 ਭੋਗਣ ਜਾਣਾ, ਤੇ ਥੋੜ੍ਹਿਆਂ ਨੇ ਸਵਰਗਾਂ ਨੂੰ ਜਾਣਾ, ਤੇ ਪੁੱਗੀਆਂ ਆਤਮਾ ਵਿਰਲੀਆਂ ਵਿਰਲੀਆਂ ਸੱਚਖੰਡ ਨੂੰ ਜਾਣਾ। ਇਹ ਵੱਖਰੀ ਵੱਖਰੀ ਅਵਸਥਾ ਹੈ। ਜਦੋਂ ਤੋਂ ਪੈਦਾ ਹੋਏ ਉਹਦੇ ਵਿੱਚ ਭੇਦ ਹੋਣਾ ਬਹੁਤ ਮੁਸ਼ਕਲ ਦੀ ਔਖੀ ਗੱਲ ਹੈ। ਕਿਹਦੇ ਕੀ ਕਰਨਾ ਚਾਹੀਦਾ? ਪਾਪ ਕੋਈ ਨਹੀਂ ਕਰਨਾ ਚਾਹੀਦਾ, ਤੇ ਪੁੰਨ ਨਹੀਂ ਕਰਨਾ ਚਾਹੀਦਾ। ਇਹ ਮਾੜੀ ਗੱਲ ਹੈ। ਪੁੰਨ ਤਾਂ ਕਰਨਾ ਚਾਹੀਦਾ ਹੈ। ਪਾਪ ਕਰਨਾ ਨਹੀਂ, ਤੇ ਪੁੰਨ ਕਰਕੇ ਮੰਗਣਾ ਕੁਛ ਨਹੀਂ। ਇਬਜ ਨਹੀਂ ਰੱਖਣਾ, ਮਨ 'ਚ ਖਿਆਲ ਨਹੀਂ ਰੱਖਣਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਫਿਰ ਦੇਣਾ ਵੀ ਕਿਸੇ ਦਾ ਨਹੀਂ, ਤੇ ਲੈਣਾ ਵੀ ਕਿਸੇ ਪਾਸੋਂ ਨਹੀਂ, ਤੇ ਪਾਪ ਪੁੰਨ ਵੀ ਨਹੀਂ, ਤੇ ਫਿਰ ਕੀ ਲੈਣ ਆਉਣਾ ਦੁਨੀਆ 'ਤੇ। ਇਸ ਪ੍ਰਕਾਰ ਸੋ ਰਹਿਣ ਵਿਹਾਣੀ ਜ਼ਿੰਦਗੀ ਰੂਪੀ ਪ੍ਰਤੱਖ ਰਾਤ ਲੰਘ ਜਾਂਦੀ, ਦਿਨ ਚੜ੍ਹ ਆਉਂਦਾ, ਤੇ ਪਛਤਾਣੀ ਪਛੋਤਾਪ ਕਰਨਾ ਪਊ। ਉੱਠ ਚੱਲੀ ਗਈ ਜੀਵ ਆਤਮਾ ਨਿਰਾਸ, ਆਸ ਮੰਗ ਪੂਰੀ ਹੋਈ ਨਹੀਂ, ਸਾਰੀ ਉਮਰ ਮੰਗਤਾ ਹੀ ਬਣਿਆ ਰਿਹਾ। ਦੇ ਆ ਦੇ ਅੱਖ ਹੈ ਮੰਗ ਹੈ ਦੇਹ ਦੇਹ, ਜਿਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ। ਇਹ ਪੰਕਤੀ ਬੜਾ ਭੁਲੇਖਾ ਪਾਉਂਦੀ ਹੈ। ਵੱਡਾ ਸਾਰਾ ਚੋਲਾ ਪਾ ਲਓ, 10 ਵੀ ਗਲ ਮਾਲਾ ਪਾ ਲਓ, 4-5 ਨਾਲ ਬਾਡੀਗਾਰਡ ਰੱਖ ਲਓ, ਤੇ ਸਾਧੂ ਬਣ ਗਏ। ਨਹੀਂ, ਸਭ ਤੋਂ ਔਖਾ ਸਾਧਨਾ ਦੁਨੀਆ 'ਤੇ ਮਨ ਹੈ। ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਭਾਈ ਗੁਰਦਾਸ ਜੀ ਦੀ ਗਵਾਹੀ ਹੈ। ਗਸ਼ੇਣ ਨੈਣ ਭਰੇਣ ਬਿਨ ਸਾਧੂ ਨ ਸਿੱਧ, ਤੇ ਸੰਗਤ ਵਿੱਚ ਬੈਠਿਆਂ ਵੀ ਮਨ ਘਰਾਂ 'ਚ ਦੇ ਪਾਸੇ ਫਿਰਦਾ ਹੋਣਾ। ਬਾਣੀ ਪੜ੍ਹਦਿਆਂ ਵੀ ਮਨ ਪਾਸੇ ਦਾੜੀਆਂ ਮਾਰਦਾ ਫਿਰਦਾ ਹੋਣਾ। ਮਨ ਕਰਕੇ ਹੀ ਹੈ ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ, ਸੁਲਤਾਨਪੁਰ ਲੋਧੀ ਆ ਨਮਾਜ਼ ਪੜ੍ਹ। ਹਜ਼ੂਰ ਚਲੇ ਗਏ ਤੇ ਨਾ ਪੜ੍ਹੀ, ਫਿਰ ਕਿਉਂ ਨਹੀਂ ਪੜ੍ਹੀ? ਵੀ ਤੂੰ ਤੇ ਘਰ 'ਚ ਵਿਛੇੜੀ ਸਾਂਭਦਾ ਫਿਰਦਾ ਸੀ, ਮਨ ਕਰਕੇ ਵੀ ਤੋਏ 'ਚ ਨਾ ਪੈ ਜੇ। ਤੇ ਨਵਾਬ ਸਾਹਿਬ ਤੁਸੀਂ ਮੰਡੀਆਂ 'ਚ ਘੋੜੇ ਖਰੀਦਦੇ ਫਿਰਦੇ ਸੀ, ਨਵਾਜ਼ ਵੀ ਨਾ ਪੜ੍ਹਦਾ ਹੈ। ਤੇ ਗੋਂਦਾ ਗੁਰੂ ਕਾ ਸਿੱਖ ਬੈਠਾ ਸੀ ਕਾਬਲ, ਤੇ 7ਵੇਂ ਪਾਤਸ਼ਾਹ ਬੈਠੇ ਹੈ ਕੀਰਤਪੁਰ, ਤੇ ਜਪਜੀ ਸਾਹਿਬ ਪੜ੍ਹ ਕੇ ਤੇ ਮਨ ਕਰਕੇ ਤੇ ਸੁਰਤੀ ਕਰਕੇ ਚਰਨ ਪਕਲੇ ਸੀ। ਕਿੱਡੀ ਦੂਰ ਬੈਠਿਆਂ ਨੇ। ਇਹੋ ਜਿਹੀ ਖੇਡ ਹੈ। ਜਾਣਨਾ ਕਰੋ ਸਾਰੇ ਵੀਰ ਮਾਈ ਭਾਈ, ਮਨ ਦੀ ਖੇਡ ਹੈ। ਜਿਹਨੇ ਮਨ ਨੂੰ ਸਾਧ ਲਿਆ ਹਰ ਪਾਸਿਓਂ ਜਿਹੜਾ ਬੜਾ ਤੇਜ ਆ, ਗਛੇਣ ਨੈਣ ਭਰੇਣ, ਅੱਖ ਮੀਟ ਕੇ ਖੋਲਣ ਜਿਹਨੇ ਸਮਝ, ਸਾਰੇ ਵੱਢ ਦੀ ਗਸਤੀ ਕਰ ਆਉਂਦਾ। ਜਿਨ ਕੋ ਸਾਧ, ਇਹੋ ਜਿਹਾ ਸਾਧ ਕੋਈ ਲਿਬਾਸ ਨਹੀਂ, ਸਾਧ ਕੋਈ ਭੇਖ ਨਹੀਂ, ਸਾਧ ਕੋਈ ਬਣਾਉਟੀ ਨਹੀਂ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਸੋ ਰੱਬ ਨੂੰ ਖਿਡਾਉਣਾ ਸਮਝਿਆ, ਲੋਗਨ ਨੇ ਰਾਮ ਖਿਡਾਉਣਾ ਜਾਣਾ। ਇਸ ਤਰ੍ਹਾਂ ਦੇ ਸਾਧ ਨਹੀਂ, ਸਾਧੇ ਹੋਏ ਮਨ ਵਾਲੇ ਸਾਧ ਫਿਰ ਤੋਂ ਲੱਭਣੇ ਬੜੇ ਔਖੇ ਹੈ। ਕੀ ਪਤਾ ਲੱਗੂ ਇਹ ਨਕਲੀਆਂ ਪਖੰਡੀਆਂ ਦੇ ਭੇਖ ਵਿੱਚ ਅਸਲੀ ਲੁਕੇ ਬੈਠੇ ਨੇ। ਮਨ ਨਾਲ ਹੀ ਸਾਰੀ ਖੇਡ ਹੈ। ਮਨ ਜੀਤੇ ਜਗ ਜੀਤ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। 10ਵੇਂ ਪਾਤਸ਼ਾਹ ਕਹਿੰਦੇ, ਮਨ ਰਿਪ ਜੀਤੇ ਸਭ ਰਿਪ ਜੀਤੇ ਰਿਪ ਦੁਸ਼ਮਣ, ਮਨ ਹੀ ਹੈ ਤੇਰਾ ਸਾਧ ਲਿਆ ਤੇ ਦੁਸ਼ਮਣ ਜਿੱਤ ਲਿਆ। ਜਿਨ ਕੋ ਸਾਧੂ ਭੇਟੀਏ ਸ਼ੋ ਪ੍ਰਾਪਤ ਹੋਣੀ। ਤੇ ਫਿਰ ਕੀ ਮੈਨੂੰ ਦਰਗਹ ਹੋਏ ਖਲਾਸ। ਐਸ ਧਰਤੀ 'ਤੇ ਵੀ ਤੁਸੀਂ ਬੰਦ ਖਲਾਸ ਹੋ ਗਏ, ਤੇ ਦਰਗਾਹ ਵਿੱਚ ਵੀ ਕੋਈ ਤੁਹਾਨੂੰ ਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸੁਖਦੇਵ ਦੀ ਪ੍ਰਾਪਤੀ ਹੋਵੇਗੀ।
ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪਿਆਸ ਲੱਗਦੀ ਹੈ ਜਲ ਛਕਣ ਦੀ, ਤੇ ਉਸ ਨੂੰ ਕਹੀਏ ਵੀ ਜਲ ਨਹੀਂ, ਪ੍ਰਸ਼ਾਦਾ ਛਕ ਲੈ, ਫਲ ਛਕ ਲੈ, ਛਾਵੇਂ ਬਹਿ ਲਾ। ਨਹੀਂ ਜੀ, ਪਿਆਸ ਪਾਣੀ ਦੀ ਮਾਦੋ, ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉਠੀਏ ਦਿਖਾਏ। ਪਿਆਸ ਤੇਰੇ ਦਰਸ਼ਨਾਂ ਦੀ, ਤੇਰੇ ਵਿੱਚ ਭੇਦ ਹੋਣ। ਦਰਸ਼ਨ ਚਾਰ ਪ੍ਰਕਾਰ ਦੇ, ਪ੍ਰਤੱਖ ਦਰਸ਼ਨ, ਸੁਪਨ ਦਰਸ਼ਨ, ਚਿੱਤਰ ਦਰਸ਼ਨ, ਸਰਵਣ ਦਰਸ਼ਨ, ਕੰਨਾਂ ਨਾਲ ਜਿਹੜੇ ਹੁਣ ਕਰ ਰਹੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਪਦਾਰਥਾਂ ਨਾਲ ਨਹੀਂ ਮਿਟਣੀ, ਕੁਰਸੀਆਂ ਤੇ ਡਿਗਰੀਆਂ ਨਾਲ ਨਹੀਂ ਮਿਟਣੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੈ ਪ੍ਰਭੂ ਤੁਧ ਬਿਨ, ਤੇਰੇ ਤੋਂ ਬਿਨ ਦੂਜਾ ਦੁਨੀਆ ਦਾ ਹੋਰ ਹੈ ਹੀ ਕੋਈ ਨਹੀਂ, ਤੇ ਨਹੀਂ ਹੋਵੇਗਾ। ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਮੈਂ ਨਾਨਕ ਦੀ ਇਹੀ ਅਰਦਾਸ ਹੈ। ਪੰਜਵੇਂ ਸਰੂਪ ਵਿੱਚ ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ, ਮੇਰੀ ਤੇ ਇਹੀ ਬੇਨਤੀ ਹੈ, ਮੈਨੂੰ ਤੇਰੀ ਪ੍ਰਾਪਤੀ ਦੀ ਲੋੜ ਹੈ। ਮੈਂ ਸਭ ਕੁਛ ਛੋੜ, ਪ੍ਰਭ ਤੂੰ ਹੀ ਧਿਆਇਆ। ਅਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਅਸਾੜ ਹਾੜ ਦਾ ਮਹੀਨਾ, ਸੁਹੰਦਾ ਸੁਖਦਾਈ। ਆਰੰਭ ਵਿੱਚ ਕਿਹਾ ਸੀ ਨਾ, ਤਪੰਦਾ ਦੁਖਦਾਈ, ਇਹ ਵਿੱਚ ਦੱਸ ਦਿੱਤਾ ਹੈ। ਸੁਹੰਦਾ ਸੋਭਨੀਕ ਤੇ ਸਫਲਾ ਸੁਖਦਾਈ, ਕਿਨਾਂ ਨੂੰ ਤਿਸ ਲੱਗੈ, ਜਿਸ ਮਨ ਹਰ ਚਰਨ। ਹਰੀ ਦੇ ਚਰਨ ਮਨ ਵਿੱਚ ਵਸ ਗਏ, ਮਨ 'ਚ ਨਿਵਾਸ ਵਾਸਾ ਹੋ ਗਿਆ। ਉਹ ਤਾਂ ਨਿਰੰਕਾਰ ਹੈ, ਉਹਦੇ ਕਾਰ ਵਜੂਦ ਹੀ ਕੋਈ ਨਹੀਂ, ਤੇ ਉਹਦੇ ਚਰਨ ਕਿਹੜੇ ਹੋਏ? ਉਹਦੇ ਚਰਨੇ ਉਸ ਦਾ ਸ਼ਬਦ, ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ। ਚਿਤ ਚਰਨ ਨਾਮ, ਇਹ ਤਾਂ ਆਦਿ ਪੰਕਤੀਆਂ ਨੇ। ਪਰਮੇਸ਼ਰ ਦਾ ਨਾਮ, ਗੁਰੂ ਕਾ ਸ਼ਬਦ ਹੀ ਉਸਦੇ ਚਰਨੇ। ਤੇ ਭਾਗਾਂ ਵਾਲਿਓ ਗੁਰੂ ਚਰਨੀ ਲਾਕੇ, ਤੇ ਗੁਰੂ ਕਾ ਸ਼ਬਦ ਪਰਮੇਸ਼ਰ ਦਾ ਨਾਮ ਹਿਰਦੇ 'ਚ ਵਸਾਓ, ਤਾਂ ਕਿ ਜ਼ਿੰਦਗੀ ਜੀਵਨ ਸਾਡਾ ਸਫਲਾ ਹੋ ਸਕੇ। ਇਹ ਭਾਵ ਸਾਲ ਬਾਅਦ ਮਹੀਨੇ ਦੀ ਵਾਰੀ ਆਉਂਦੀ ਹੈ, ਤੇ ਹਾੜ ਦਾ ਮਹੀਨਾ ਆਰੰਭ ਹੋਇਆ, ਅਗਲਾ ਸਾਵਣ ਦਾ, ਅਗਲੀ ਰੁੱਤ ਫਿਰ ਨਵੀਂ ਆਰੰਭ ਹੋਵੇਗੀ। ਸਤਿਗੁਰੂ ਕਿਰਪਾ ਕਰਕੇ ਸੇਵਾ ਲੈਣ। ਸੋ ਕੱਲ੍ਹ ਦਾ ਦੀਵਾਨ ਸਤਿਕਾਰਯੋਗ ਵੀਰ ਕਰਤਾਰ ਸਿੰਘ ਜੀ ਆਪ ਜੀ ਦੀ ਸੇਵਾ ਕਰਨਗੇ। ਦਾਸ ਨੂੰ 4 ਦਿਨ ਹੁਕਮ ਲੱਗਾ ਸੀ, ਵਜਾਇਆ ਹੈ। ਮੰਜੀ ਸਾਹਿਬ ਤੋਂ ਹੁਕਮ ਆਇਆ ਵੀ ਇੱਥੇ ਕਥਾ ਵਾਸਤੇ ਪਰਸੋਂ ਸ਼ਾਇਦ। ਸੋ 17 ਨੂੰ ਮਹਾਰਾਜ ਸਾਹਿਬ ਸੇਵਾ ਲੈਣ। ਰਹਿੰਦੀ ਜ਼ਿੰਦਗੀ ਸਵਾਸਾਂ ਦਾ ਕੋਈ ਪਤਾ ਨਹੀਂ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ। ਆਪ ਕਟੇ ਤਨ ਸੀਜੇ, ਕਾਲ ਅਹੇਰੀ ਫਿਰੇ ਬਦਕ ਜਿਉ। ਬਦਕ ਸ਼ਿਕਾਰੀ, ਅਹੇਰੀ ਸ਼ਿਕਾਰੀ, ਬਦਕ ਸ਼ਿਕਾਰੀ ਦੀ ਤਰ੍ਹਾਂ ਸਿਰ 'ਤੇ ਖੜਾ ਹੈ। ਕਾਲ ਬਿਆਲ ਕੇ ਪਰਿਓ ਡੋਲੇ, ਮੁਖ ਪਸਾਰੇ ਨੀਤ। ਆਜ ਕਾਲ ਹੁਣ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਰਹਿੰਦੇ ਸਵਾਲ, ਰਹਿੰਦੀਆਂ ਘੜੀਆਂ, ਜ਼ਿੰਦਗੀ ਜੀਵਨ ਦੀਆਂ ਸਫਲੀਆਂ ਬਣਾਉਣੀਆਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣੋ, ਕਲਗੀਧਰ ਪਿਤਾ ਦੇ ਪੁੱਤਰ ਬਣੋ। ਕਿਤਨਾ ਹਜ਼ੂਰ ਕਹਿ ਗਏ, ਖੰਡੇ ਕੀ ਪੌਲ ਸਭ ਧਾਰੋ, ਬਣੋ ਖਾਲਸਾ ਭਰਮ ਨਿਵਾਰੋ। ਪੰਜ ਕਕਾਰ ਕੀ ਰਹਿਤ ਫਿਰ ਖੀਜੈ, ਨੀਣ ਮਸੰਦ ਮੇਲ ਨਹਿ ਕੀਜੈ। ਇਸ ਪ੍ਰਕਾਰ ਤੇ ਮੂਲ ਮੰਤਰ ਤੇ ਗੁਰ ਮੰਤਰ ਜਪੋ। ਗੁਰੂ ਸਾਹਿਬਾਂ ਨੇ ਆਪ ਜਪਿਆ। ਨਵੇਂ ਮੰਤਰਾਂ ਦੀ ਸਾਨੂੰ ਹੋਰ ਲੋੜ ਨਹੀਂ, ਸਾਰੇ ਮੰਤਰ ਦੁਨੀਆ ਦੇ ਇਸ ਵਿੱਚ ਹੀ ਆ ਜਾਂਦੇ ਹੈ। ਤੇ ਬਾਣੀ ਦਾ ਪਾਠ ਕਰੋ, ਸਾਰੇ ਗ੍ਰੰਥ ਇਹਦੇ ਵਿੱਚ ਆ ਜਾਂਦੇ ਹੈ। ਤੇ ਸਰਬੱਤ ਦੇ ਭਲੇ ਲਈ ਜਿੰਨਾ ਵੀ ਹੋ ਸਕੇ ਥੋੜ੍ਹਾ ਜਾਂ ਬਹੁਤਾ ਜਾਪ ਸਿਮਰਨ, ਮੂਲ ਮੰਤਰ, ਗੁਰ ਮੰਤਰ, ਜਪਜੀ ਸਾਹਿਬ, ਚੌਕੀ ਸਾਹਿਬ ਜ਼ਰੂਰ ਕਰੋ। ਮੁਸਲਮਾਨੀ ਮਤ ਵਾਲੇ ਅੱਲਾ ਖੁਦਾ ਕਰੋ, ਸਾਈ ਮਤ ਵਾਲੇ ਹੱਲੇ ਲੂਇਆ ਆਦਿਕ ਜੋ ਕਹਿੰਦੇ ਨੇ ਉਹ ਕਰੋ। ਸਾਰੇ ਸਰਬੱਤ ਦੇ ਭਲੇ ਲਈ ਕਰੋ, ਤਾਂ ਤੁਹਾਡਾ ਆਪਣਾ ਵਸ਼ ਨਾਲ ਹੋਵੇਗਾ। ਇਹ ਬਾਣੀ ਦੀ ਪੰਕਤੀ ਹੈ, ਆਪਣਾ ਭਲਾ ਸਭ ਕਾਹੂ ਮੰਗਣਾ। ਸੋ ਦੁਨੀਆ ਦੇ ਧੋਖ ਰਹੀ, ਅੱਗ ਕਦੇ ਬਲ ਨਾ ਪਵੇ, ਨੁਕਸਾਨ ਹੋਵੇਗਾ, ਭਲਾ ਹੋ ਜਾਵੇ। ਆਦਿ ਦੁਨੀਆ ਸੀਤਲ ਠੰਡਾ ਹੈ, ਤੇ ਖੁਦਾ ਦਾ ਨਾਮ ਹੀ ਹੈ। ਉਸ ਤੋਂ ਬਿਨਾਂ ਸ਼ਾਂਤੀ ਨਹੀਂ ਕਿਸੇ ਨੂੰ ਮਿਲਣੀ। ਸਤਿਗੁਰੂ ਕਿਰਪਾ ਕਰਨ, ਪੜ੍ਹਿਆ ਸੁਣਿਆ ਥਾਂ ਪਾਉਣ। ਅੱਜ ਦੇ ਮਹੀਨੇ ਦਾ ਸ਼ੁਭ ਉਪਦੇਸ਼ ਸਾਡੇ ਹਿਰਦੇ 'ਚ ਵਸੇ। ਆਓ ਆਖਰੀ ਪੰਕਤੀਆਂ ਪੜ੍ਹ ਕੇ ਭੋਗ ਪਾਈਏ, ਫਤਿਹ ਗਜਾਈਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਕਾਰ ਜੋ ਗੁਰੂ ਪਿਆਰੇ ਸਾਧ ਸੰਗਤ ਜੀ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ
ਸੰਗਤਾਂ ਕਾਫੀ ਸਮੇਂ ਤੋਂ ਗੁਰੂ ਦੀ ਗੋਦ ਬੈਠ ਕੇ ਵਾਹੀ ਪੜ੍ਹਨਾ ਕੀਤਾ, ਸਰਵਣ ਕੀਤਾ ਹੈ। ਪੰਥ ਦੇ ਮਹਾਨ ਵਿਦਵਾਨ ਗਿਆਨੀ ਰਣਜੀਤ ਸਿੰਘ ਜੀ ਸਤਿਗੁਰੂ ਦੀ ਗੁਰਦੁਆਰਾ ਸਾਹਿਬ ਦੀ ਬੜੀ ਕਿਰਪਾ ਹੈ। ਜਦੋਂ ਆਉਂਦੇ ਹਨ ਦੇਸ਼ਾਂ ਦੇ ਇੱਥੇ ਕਥਾ ਕਰਦੇ ਹਨ, ਉਹਨੇ ਜਾਪਦੀ ਡੁੱਗੀ ਨਹੀਂ ਕਰਦੇ, ਕਥਾ ਕੀਤੀਆਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਤਾਂ ਜੋ ਲੜੀਵਾਰ ਪਾਣੀ ਤੋਂ ਦੀ ਕਥਾ ਪਾਈ ਪ੍ਰਕਾਸ਼ ਸਿੰਘ ਸਾਹਿਬ ਤੋਂ ਸ਼ੁਰੂ ਕਰਨਗੇ, ਤਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਪ੍ਰਕਾਰ ਜੋ ਡਾਕਟਰ ਮਨਿੰਦਰ ਸਿੰਘ ਜੀ, ਬੀਬੀ ਰਾਜ ਰਾਣੀ ਜੀ ਬਾਰੇ ਕਾਫੀ ਦਿਨਾਂ ਬਾਅਦ ਮੋਲਾ ਸਾਹਿਬ ਆ ਕੇ ਨਮਸਤੇ ਹੋਣ ਵਾਸਤੇ ਆਏ ਹਨ। ਉਹਨਾਂ ਨੇ ਗੁਰੂ ਘਰ ਵਾਸਤੇ 2000 ਰੁਪਇਆ ਜੋ ਹਰ ਮਹੀਨੇ ਸੇਵਾ ਕਰਾਉਣੇ ਸੇਵਾ ਦਿੱਤੀ ਆ, ਬਹੁਤ ਬਹੁਤ ਧੰਨਵਾਦ ਆ ਉਹਦਾ। ਗੁਰੂ ਘਰ ਵਾਲਿਆਂ ਨੂੰ ਬੀਬੀ ਜੀ ਨੂੰ ਸੇਵਾ ਦੇ ਕੇ ਸਮਾਨ ਜਿਹੜਾ ਬੀਬੀ ਵਾਸਤੇ ਦੇ ਕੇ ਆਉਂਦੇ, ਕਿਰਪਾ ਕਰੋ ਉਹਨਾਂ ਨੂੰ ਗੁਰੂ ਘਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਸੋਨਾ ਦਿੱਤਾ ਜਾਵੇਗਾ।